जे तुसी बिल्कुल ही एक चीज़ नूं बिजनेस बना लो तो तुसी अपनी सेवा भावना जिस करके तुसी डॉक्टर बने हो उन्होंने भुल जाओ, वो बिल्कुल नहीं सही। बट जो मैं देखिया, जो मजोरिटी ऑफ डॉक्टर्स, ओवरवेलमिंग मजोरिटी कह लीए, वो हमेशा अपने इंटेंशन उन्हों की साफ होंगी है पेशेंट बारे कि मैं इस पेशेंट नूं ठीक करना है। ਜਦੋਂ ਤੁਸੀਂ ਇੱਕ ICU ਵਿੱਚ ਕਿਸੇ ਪੇਸ਼ੈਂਟ ਦੀ ਕੇਅਰ ਕਰ ਰਹੇ ਹੋ ਤੇ ਉਹ ਫੈਮਿਲੀ ਤੇ ਫਰੈਂਡਸ ਜੇ ਘਰ ਬੈਠੇ ਖਪਦੇ ਰਹਿਣਗੇ ਕਿ ਵਰੀ ਵਿੱਚ ਰਹਿਣਗੇ ਤੇ ਤੁਸੀਂ ਉਹਨਾਂ ਨੂੰ ਕੇਅਰ ਦਾ ਹਿੱਸਾ ਬਣਾਓ, ਤੁਸੀਂ ਕਮਿਊਨੀਕੇਟ ਕਰੋ ਉਹਨਾਂ ਦੇ ਨਾਲ। ਸਾਡੇ ਜੀ ਡਾਕਟਰਸ ਬਹੁਤ ਸਟ੍ਰੈਸਡ ਨੇ, ਜਿੰਨਾ ਵਰਕਲੋਡ ਇੱਕ ਡਾਕਟਰ ਤੇ ਇੱਥੇ ਆ ਉਹ 3 ਡਾਕਟਰ ਤੇ ਹੁੰਦਾ ਹੈ ਅਮਰੀਕਾ 'ਚ। सो एक डॉक्टर कोल एडे पेशेंट सामने एंड फिर कम्यूनीकेट करना तो फिर पेपर वर्क फाइल वर्क करना, फिर मैनेज करना नर्सिज नू स्टाफ नू, ये सारा कुछ बड़े लोग ਇਹਦੇ ਵਿੱਚ ਜੇ ਤੁਸੀਂ ਕੋਈ ਚੀਜ਼ ਕੱਟਣੀ ਹੈ ਨਾ ਉਹ ਕਮਿਊਨੀਕੇਸ਼ਨ ਨੂੰ ਕੱਟਦੇ। 50% ਆਫ ਸਾਰੀ ਸਰਵਿਸਿਜ਼ ਦੇ ਵਿੱਚ, ਚਾਹੇ ਸਰਜਰੀ ਹੈ ਚਾਹੇ OPD ਹੈ, ਹਰ ਚੀਜ਼ ਦੇ। OPD ਟੋਟਲ ਫ੍ਰੀ, ਜੇ ਐਡਮਿਸ਼ਨ ਹੁੰਦੀ ਹੈ ਉਹਦੇ ਵਿੱਚ ਐਡਮਿਸ਼ਨ ਸਰਜਰੀ 50% ਆਫ ਆਲ ਸਰਵਿਸਿਜ਼। 1 ਜੁਲਾਈ 1991 ਨੂੰ ਸ਼ੁਰੂ ਹੁੰਦਾ ਹੈ ਭਾਰਤ ਦੇ ਵਿੱਚ ਨੈਸ਼ਨਲ ਡਾਕਟਰ ਡੇ, ਜੋ ਕਿ ਹਰ ਸਾਲ ਨੈਸ਼ਨਲ ਡਾਕਟਰ ਡੇ ਮਨਾਇਆ ਜਾਂਦਾ ਹੈ। ਡਾਕਟਰ BC ਰॉय ਦੇ ਬਰਥਡੇ ਉੱਤੇ ਡਾਕਟਰ ਡੇ ਮਨਾਇਆ ਜਾਂਦਾ ਹੈ, ਜੋ ਕਿ ਭਾਰਤ ਰਤਨ ਅਵਾਰਡੀ ਹੈ। ਪ੍ਰੋਫੈਸ਼ਨ ਜਿਹੜਾ ਡਾਕਟਰ ਦਾ ਗੱਲ ਕਰੀਏ तो एक प्रोफैशन, एक पाक साफ प्रोफैशन जिस दे विच लोग डॉक्टर कोल एक नवे जीवन की उम्मीद लैके आते हैं, नवे जीवन की कामना करते हैं। कुछ लोग खुशहाल होकर जाते हैं, विच कुछ उदासी का भी, मायूसी भी का भी सामना करते हैं। पर अज आप खास गलबात करांगे डॉक्टर डे ते दुख निवारण हॉस्पिटल ते इत्थे खास ट्रीटमेंट बारे ते खास डॉक्टर्स के बारे गल करांगे, जो कि अज डॉक्टर डे है। तो डॉक्टर के प्रोफैशन के बारे गल करांगे कि डॉक्टर का प्रोफैशन किस तरह होना चाहिए तो की कारण है कि डॉक्टर नूं रब का दर्जा दिता जा रहा है। तो दूसरा यह भी सवाल होएगा कि अज के समय दे विच डॉक्टर्स के उत्ते क्यों दाग भी लग रहे हैं। तो स्वागत है सर तुहाडा लाइव भारत है। थैंक यू जी, थैंक यू फॉर हैविंग अस। जिस तरह कि तुसी आप जर्नलिस्ट भी हो, डॉक्टर भी हो, डबल प्रोफैशन तुसीं कैरी करते पे हो, फॉरन तो इंडिया आए हो, तो सब तो पहले मैं सवाल तुहाडे कोल करांगा कि फॉरन तो इंडिया दे विच फर्क की है ट्रीटमेंट का डॉक्टर्स का ते पेशेंट का? जी साडा कंट्री एक डिवेलपिंग कंट्री है, सो ਉਹਦੇ ਕਰਕੇ ਜਿਹੜੀਆਂ ਹੈਲਥ ਕੇਅਰ ਸਰਵਿਸਿਜ਼ ਨੇ, ਸਹੂਲਤਾਂ ਨੇ, ਸਾਡੇ ਨੰਬਰ ਆਫ ਡਾਕਟਰਸ, ਨਰਸਿਸ, ਪੈਰਾਮੈਡੀਕਲ ਸਟਾਫ ਜੇ ਅਸੀਂ ਕੰਪੇਅਰ ਕਰੀਏ ਸਾਡੀ ਆਬਾਦੀ ਨਾਲ ਤੇ ਸਾਡੀ ਰੇਸ਼ੀਓ ਬਹੁਤ ਘੱਟ ਹੈ ਡਾਕਟਰਸ ਦੀ ਅਜੇ। ਪਰ ਭਾਵੇਂ ਸਹੂਲਤਾਂ ਅਮਰੀਕਾ ਵਿੱਚ, ਹੁਣ ਕੋਵਿਡ ਵਿੱਚ ਫਰੰਟ ਲਾਈਨ 'ਤੇ ਮੈਂ ਅਮਰੀਕਾ ਵੀ ਕੰਮ ਕੀਤਾ, ਨਿਊਯਾਰਕ ਸਿਟੀ ਵਿੱਚ 2022 ਵਿੱਚ, ਅਤੇ ਫਿਰ ਇੱਥੇ ਆ ਕੇ ਪਿਛਲੇ ਸਾਲ ਜਦੋਂ ਸੈਕਿੰਡ ਵੇਵ ਆਈ ਅਤੇ ਵਾਪਸ ਆ ਕੇ ਬੰਬੇ ਵਿੱਚ ਵੀ ਕੰਮ ਕੀਤਾ, ਇੱਥੇ ਵੀ ਕੀਤਾ। ਜਿਹੜੇ ਸਾਡੇ ਲੋਕਾਂ ਦੀ, ਡਾਕਟਰਾਂ ਦੀ, ਨਰਸਿਸ ਦੀ ਡੈਡੀਕੇਸ਼ਨ ਹੈ, ਉਸ ਚੀਜ਼ ਨੂੰ ਦੁਨੀਆ ਵਿੱਚ ਕਿਤੇ ਮੈਚ ਨਹੀਂ ਕੀਤਾ ਜਾ ਸਕਦਾ। ਮਜੋਰਿਟੀ ਲੋਕ ਆਪਣੀ ਵੈਲਬੀਇੰਗ, ਆਪਣੀ ਕੰਫਰਟ, ਆਪਣੀ ਸੇਫਟੀ ਨੂੰ ਗੈਰ ਨਜ਼ਰ ਕਰਦਿਆਂ ਹੋਇਆਂ ਲੋਕਾਂ ਦੀ ਸੇਵਾ ਕਰਨ ਵਿੱਚ ਜੁਟੇ ਹੋਏ ਸੀ। ਮੈਂ ਇਹੋ ਜਿਹੀ ਸੇਵਾ ਮੈਂ ਕਦੇ ਨਹੀਂ ਦੇਖੀ ਲਾਈਫ ਵਿੱਚ। ਸੋ ਸਾਡੇ ਲੋਕ ਉਸ ਚੀਜ਼ ਨੂੰ ਕੰਪਨਸੇਟ ਕਰਦੇ ਨੇ ਜਿਹੜੀਆਂ ਸਾਡੇ ਕੋਲ ਸਹੂਲਤਾਂ ਥੋੜ੍ਹੇ ਘੱਟ ਨੇ। ਤੁਸੀਂ ਗੱਲ ਕਰੀਏ ਤਾਂ ਡਾਕਟਰ ਦਾ ਪ੍ਰੋਫੈਸ਼ਨ ਇਸ ਤਰ੍ਹਾਂ ਪ੍ਰੋਫੈਸ਼ਨ ਹੈ ਕਿ ਹਰ ਕੋਈ ਡਾਕਟਰ ਨੂੰ ਰੱਬ ਦਾ ਦਰਜਾ ਦਿੰਦਾ ਹੈ, ਪਰ ਉਹ ਰੱਬ 'ਚੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਰੱਬ ਦੇ ਖਿਲਾਫ ਵੀ ਖੜੇ ਹੋ ਜਾਂਦੇ ਹਨ ਬਿਨਾਂ ਕੁਛ ਸੋਚੇ ਸਮਝੇ। ਮੈਂ ਤਾਂ ਜੀ ਕਹਿਣਾ ਕਿ ਸਾਰੇ ਸਮਾਜ ਨੂੰ ਯਾਦ ਰੱਖਣਾ ਚਾਹੀਦਾ ਹੈ ਹੰਬਲੀ ਕਿ ਡਾਕਟਰ ਇਨਸਾਨ ਨੇ। ਰੱਬ ਦਾ ਦਰਜਾ ਦੇਣਾ ਇੱਕ ਬਹੁਤ ਸੋਹਣੀ ਚੀਜ਼ ਆ। ਅਤੇ ਜਿਹੜੇ ਮੇਰੇ ਸਵਰਗਵਾਸੀ ਮਾਤਾ ਜੀ ਲੇਟ ਡਾਕਟਰ ਗਿਆਨ ਬੋਪਾਰਾਏ, ਜਦੋਂ ਉਹ ਆਪਣੇ ਪੇਸ਼ੈਂਟਸ ਦੇਖਦੇ ਸੀ, ਜਾਂ ਜੇ ਮੇਰੇ ਫਾਦਰ ਹੁਣ ਵੀ ਦੇਖਦੇ ਨੇ ਡਾਕਟਰ RPS ਬੋਪਾਰਾਏ, ਮੈਂ ਉਹਨਾਂ ਨੂੰ ਜਦੋਂ ਪੇਸ਼ੈਂਟ ਦੇ ਨਾਲ ਖਿੜੇ ਮੱਥੇ ਆਪਣੀ ਆਵਾਜ਼ ਨਾਲ, ਆਪਣੇ ਸੁਭਾਅ ਨਾਲ ਪੇਸ਼ੈਂਟ ਨੂੰ ਅੱਧਾ ਟਰੀਟ ਕਰਦੇ ਹਾਂ ਅਤੇ ਫਿਰ ਸੇਵਾ ਕਰਦਿਆਂ ਦੇਖਦਾ, ਮੇਰਾ ਵੀ ਦਿਲ ਇਹੀ ਕਹਿੰਦਾ ਹੈ ਕਿ ਯਾਰ ਇਹ ਰੱਬ ਸਰੂਪ ਨੇ। ਪਰ ਸਮਾਜ ਵਿੱਚ ਕਈ ਤਰੀਕੇ ਦੇ ਇਨਸਾਨ ਨੇ ਅਤੇ ਕਈ ਇਨਸਾਨ ਐਸੇ ਵੀ ਨੇ ਜੋ ਡਾਕਟਰ ਬਣੇ ਨੇ ਬਟ ਉਹਨਾਂ ਦਾ ਵੈਲਿਊ ਸਿਸਟਮ ਉਹ ਨਹੀਂ ਹੈ ਨਾ। ਉਹਦੇ ਵਿੱਚ ਕਈ ਕੇਸਿਸ ਐਸੇ ਆਉਂਦੇ ਨੇ ਜਿਹਦੇ ਵਿੱਚ ਤੁਸੀਂ ਸੋਚਦੇ ਹੋ ਕਿ ਇਹ ਤਾਂ ਰੱਬ ਸਰੂਪ ਹੋਣੇ ਚਾਹੀਦੇ ਸੀ, ਪਰ ਇਹ ਤਾਂ ਬਿਲਕੁਲ ਇਨਸਾਨ ਨੇ, ਉੱਦਾਂ ਦੇ ਹੀ ਇਨਸਾਨ ਨੇ ਜਿੱਦਾਂ ਨੂੰ ਸਾਨੂੰ ਇੱਕ ਮਾਰਕੀਟ ਵਿੱਚ ਕੋਈ ਹੋਰ ਮਿਲਿਆ ਸੀ। ਸੋ ਹਰ ਬੰਦਾ ਇੱਕ ਵੱਖਰਾ ਇਨਸਾਨ ਹੈ ਅਤੇ ਡਾਕਟਰਸ ਵੀ ਬੜੇ ਵੱਖਰੇ ਨੇ, ਅਤੇ ਸਾਨੂੰ ਹਰ ਬੰਦੇ ਨੂੰ ਪਰਖ ਕੇ ਦੇਖਣਾ ਚਾਹੀਦਾ ਹੈ ਕਿ ਇਹ ਕਿੱਦਾਂ ਦਾ ਇਨਸਾਨ ਹੈ। ਜੇ ਉਹ 'ਚ ਇਨਸਾਨੀਅਤ ਡੁੱਲ ਰਹੀ ਹੈ ਅਤੇ ਉਸ ਬੰਦੇ ਨੂੰ ਤੁਸੀਂ ਉੱਤੇ ਚੁੱਕੋ। ਜੇ ਤੁਹਾਨੂੰ ਇਨਸਾਨੀਅਤ ਨਹੀਂ ਦਿਖਦੀ ਉਹਦੇ ਵਿੱਚ ਜ਼ਿਆਦਾ, ਅਤੇ ਫਿਰ ਉਹ ਡਾਕਟਰ ਸਿਰਫ ਇੱਕ ਇਨਸਾਨ ਹੀ ਹੈ।
ਤੁਸੀਂ ਗੱਲ ਕਰਾਂਗੇ ਜਿਸ ਤਰ੍ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਇੱਕ ਕਾਫੀ ਜ਼ਿਆਦਾ ਮੁੱਦਾ ਉੱਠਿਆ ਹੈ ਕਿ ਜਿਹੜਾ ਡਾਕਟਰ ਪ੍ਰੋਫੈਸ਼ਨ ਮੈਡੀਕਲ ਪ੍ਰੋਫੈਸ਼ਨ ਹੈ ਕਮਰਸ਼ੀਅਲਾਈਜੇਸ਼ਨ ਜ਼ਿਆਦਾ ਹੋ ਗਿਆ ਹੈ। ਕੀ ਇਹ ਸਹੀ ਹੈ? ਜ਼ਮੀਨੀ ਸਤਰ ਤੇ ਗੱਲ ਕਰੀਏ ਤਾਂ ਕਿੰਨਾ ਕੁ ਸਹੀ ਹੈ? ਜੋ ਨਹੀਂ ਸਹੀ ਉਹ ਹੈ ਇੰਬੈਲੈਂਸ। ਜੇ ਤੁਸੀਂ ਬਿਲਕੁਲ ਹੀ ਇੱਕ ਚੀਜ਼ ਨੂੰ ਬਿਜ਼ਨਸ ਬਣਾ ਲਓ ਤੇ ਤੁਸੀਂ ਆਪਣੀ ਸੇਵਾ ਭਾਵਨਾ ਜਿਸ ਕਰਕੇ ਤੁਸੀਂ ਡਾਕਟਰ ਬਣੇ ਹੋ ਉਹਨੂੰ ਭੁੱਲ ਜਾਓ, ਉਹ ਬਿਲਕੁਲ ਨਹੀਂ ਸਹੀ ਹੈ ਨਾ। ਜੇ ਤੁਸੀਂ ਸਿਰਫ ਸੇਵਾ ਕਰੋ ਤੇ ਤੁਸੀਂ ਆਪਣਾ ਹਸਪਤਾਲ ਬੰਦ ਕਰਾਓ ਤੇ ਤੁਹਾਡੇ ਕੋਲ ਆਪਣੇ ਲੋਕਾਂ ਨੂੰ ਫੀਸ ਦੇਣ ਦੇ ਪੈਸੇ ਨਹੀਂ, ਉਹ ਵੀ ਨਹੀਂ ਸਹੀ। ਬੈਲੈਂਸ ਚਾਹੀਦਾ ਹੈ ਨਾ, ਬੈਲੈਂਸ ਚਾਹੀਦਾ ਹੈ। ਬੈਲੈਂਸ ਵਿੱਚ ਸਭ ਤੋਂ ਉੱਤੇ ਚੀਜ਼ ਹੈ ਤੁਹਾਡੀ ਕਿ ਤੁਸੀਂ ਡਾਕਟਰ ਕਿਉਂ ਬਣੇ ਹੋ। ਕਿ ਜੇ ਕੋਈ ਲੋੜਵੰਦ ਬੰਦਾ ਹੈ, ਜਿੱਦਾਂ ਡਾਕਟਰ ਸਾਹਿਬ ਕਰਦੇ ਨੇ ਮੇਰੇ ਫਾਦਰ, ਕਿ ਉਹਨਾਂ ਦਾ ਹਮੇਸ਼ਾ ਹੀ ਕੋਈ ਫੀਸ ਨਹੀਂ, ਉਹਨਾਂ ਨੂੰ ਫ੍ਰੀ। ਜਿਹੜਾ ਬੰਦਾ ਤੁਹਾਨੂੰ ਪਤਾ ਹੈ ਕਿ ਮਾੜੇ ਹਾਲਾਤਾਂ 'ਚੋਂ ਆਇਆ ਹੈ, ਜਿਹੜਾ ਬੰਦਾ ਰੁਜ਼ਗਾਰ 'ਤੇ ਆਪਣੇ ਡਿਪੈਂਡ ਕਰਦਾ ਹੈ, ਉਹਨਾਂ ਲਈ ਵੀ ਹੈਵ ਟੂ ਐਕਟ ਡਿਫਰੈਂਟ ਹੈ। ਬਟ ਜਦੋਂ ਤੁਹਾਨੂੰ ਇੱਕ ਹਸਪਤਾਲ ਵੀ ਚਲਾਉਣਾ ਹੈ ਤੇ ਉਹ ਬੈਲੈਂਸ, ਤੁਸੀਂ ਤਨਖਾਹ ਦੇਣੀ ਹੈ, ਤੁਸੀਂ ਉਹ ਬੈਲੈਂਸ ਰੱਖਣਾ ਬੜਾ ਜ਼ਰੂਰੀ ਹੈ। ਜਿਹੜੇ ਲੋਕ ਇੰਬੈਲੈਂਸ ਕਰਦੇ ਨੇ ਉਹ ਪ੍ਰੋਫੈਸ਼ਨ ਨੂੰ ਵੀ ਥੋੜ੍ਹਾ ਮਲਾਈਨ ਹੁੰਦਾ ਹੈ ਪ੍ਰੋਫੈਸ਼ਨ ਉਹਦੇ ਨਾਲ। ਅਤੇ ਬਟ ਹਰ ਬਿਜ਼ਨਸ ਜਿਹੜਾ ਹੁੰਦਾ ਹੈ ਨਾ, ਜਿਹੜਾ ਨੋਨ ਮੈਡੀਕਲ ਬਿਜ਼ਨਸ ਹੈ, ਉਹ ਤਾਂ ਸਿਰਫ ਪ੍ਰੋਫਿਟ ਹੈ। ਜਿਹੜਾ ਮੈਡੀਕਲ ਇੰਡਸਟਰੀ ਹੈ ਉਹਦੇ ਵਿੱਚ ਤੁਹਾਨੂੰ ਪ੍ਰੋਫਿਟ ਨੂੰ ਸੈਕਿੰਡ ਰੱਖਦਿਆਂ ਹੋਇਆਂ ਫਿਰ ਆਪਣੇ ਹਸਪਤਾਲ ਚਲਾਉਣੇ ਚਾਹੀਦੇ ਆ। ਪ੍ਰੋਫਿਟ ਲੋਸ ਤੇ ਇੱਕ ਅਲੱਗ ਮੁੱਦਾ ਹੈ। ਤੇ ਜੇ ਮੈਡੀਕਲ ਪ੍ਰੋਫੈਸ਼ਨ ਦੀ ਗੱਲ ਕਰੀਏ, ਜੇ ਬਾਈ ਚਾਂਸ ਰੱਬ ਨਾ ਕਰੇ ਕੋਈ ਕੈਜੁਅਲਟੀ ਹੋ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਉਹਦਾ ਦੋਸ਼ੀ ਡਾਕਟਰ ਨੂੰ ਹੀ ਬਣਾਇਆ ਜਾਂਦਾ ਬਿਨਾਂ ਕਾਰਨ ਸਮਝੇ ਹੋਏ। ਜਿਹੜੀਆਂ ਵੀ ਦੁਰਘਟਨਾਵਾਂ ਹੁੰਦੀਆਂ ਨੇ, ਹਰ ਇੱਕ ਦੀ ਇਨਵੈਸਟੀਗੇਸ਼ਨ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਕਈ ਐਸੇ ਕੇਸ ਹੁੰਦੇ ਨੇ ਜਿਹੜੇ ਨੈਗਲੀਜੈਂਸ ਦੇ ਕੇਸ ਹੁੰਦੇ ਨੇ। ਬਟ ਜੋ ਮੈਂ ਦੇਖਿਆ, ਜੋ ਮੈਜੋਰਿਟੀ ਆਫ ਡਾਕਟਰਸ, ਓਵਰਵੈਲਮਿੰਗ ਮੈਜੋਰਿਟੀ ਕਹਿ ਲਈਏ, ਉਹ ਹਮੇਸ਼ਾ ਆਪਣੇ ਇੰਟੈਂਸ਼ਨ ਉਹਨਾਂ ਦੀ ਸਾਫ਼ ਹੁੰਦੀ ਹੈ ਪੇਸ਼ੈਂਟ ਬਾਰੇ ਕਿ ਮੈਂ ਇਸ ਪੇਸ਼ੈਂਟ ਨੂੰ ਠੀਕ ਕਰਨਾ। ਕੋਈ ਬੰਦਾ ਆਪਰੇਸ਼ਨ ਵਿੱਚ ਇੱਦਾਂ ਕਹਿ ਕੇ ਨਹੀਂ ਜਾਂਦਾ ਕਿ ਮੈਂ ਇਸ ਪੇਸ਼ੈਂਟ ਨੂੰ ਮਾਰਨਾ, ਕਿ ਮੈਂ ਇਸ ਪੇਸ਼ੈਂਟ ਦਾ ਨੁਕਸਾਨ ਕਰਨਾ, ਕਿਉਂਕਿ ਉਹ ਇਨਸਾਨ ਡਾਕਟਰ ਕਦੇ ਨਾ ਬਣੇਗਾ, ਨਾ ਉਹ ਤੋਂ ਰਿਹਾ ਜਾਏਗਾ ਡਾਕਟਰ। ਸੋ ਕੇਸ ਬਾਏ ਕੇਸ ਇਸ ਚੀਜ਼ ਨੂੰ ਦੇਖਣਾ ਚਾਹੀਦਾ ਹੈ ਅਤੇ ਇਨਫੋਰਮੇਸ਼ਨ ਗੈਦਰ ਕਰਨੀ ਬੜੀ ਜ਼ਰੂਰੀ ਹੈ। ਜਦੋਂ ਅਸੀਂ ਭਾਵਕ ਹੁੰਦੇ ਹਾਂ ਨਾ, ਕਿ ਜਦੋਂ ਕੋਈ ਦੁਰਘਟਨਾ ਵਾਪਰ ਗਈ ਅਤੇ ਉਹ ਭਾਵਕ ਹੋ ਕੇ ਜੋ ਅਸੀਂ ਐਕਸ਼ਨ ਲੈਂਦੇ ਹਾਂ, ਉਹ ਐਕਸ਼ਨ ਵਾਪਸ ਨਹੀਂ ਲਏ ਜਾਂਦੇ ਹੈ ਨਾ। ਉਹ ਆਪਣੀ ਭਾਵਨਾ ਨੂੰ ਕੰਟਰੋਲ ਕਰਕੇ ਦੇਖਣਾ ਚਾਹੀਦਾ ਹੈ ਕਿ ਹੋਇਆ ਕੀ, ਕੇਸ ਬਾਏ ਕੇਸ, ਕਿ ਜੇ ਕਿਤੇ ਗਲਤੀ ਹੈ ਤਾਂ ਗਲਤੀ ਦਾ ਦੋਸ਼ ਵੀ ਪੱਕਾ ਮਿਲੇਗਾ ਉਸ ਬੰਦੇ ਨੂੰ। ਬਟ ਮੈਜੋਰਿਟੀ ਕੇਸਿਸ ਵਿੱਚ ਜੇ ਕੋਈ ਅਨਇੰਟੈਂਡਡ ਕੌਨਸੀਕੁਐਂਸ ਆ ਗਿਆ ਹੈ ਨਾ, ਕੋਈ ਸਰਜਰੀ ਐਡੀ ਕੰਪਲੀਕੇਟਡ ਹੈ ਕਿ ਉਹਦੇ ਵਿੱਚ ਰਿਜ਼ਲਟ ਉਹ ਨਹੀਂ ਆਇਆ 100 ਵਿੱਚੋਂ ਇੱਕ ਵਾਰ, ਅਤੇ ਦੁੱਖ ਤਾਂ ਸਭ ਨੂੰ ਲੱਗਦਾ, ਬਟ ਉਹਦੇ ਵਿੱਚ ਉਸ ਬੰਦੇ ਦੀ ਗਲਤੀ ਉਹ ਨਹੀਂ ਮੰਨੀ ਜਾਏਗੀ ਜੋ ਸਰਜਨ ਸੀ। ਦੁੱਖ ਤੇ ਬਿਲਕੁਲ ਲੱਗਦਾ। ਤੇ ਦੂਸਰੀ ਗੱਲ ਕਰੇ, ਕੋਈ ਵੀ ਡਾਕਟਰ ਇਹ ਨਹੀਂ ਚਾਹੁੰਦਾ ਕਿ ਉਸ ਦਾ ਪੇਸ਼ੈਂਟ ਉਸ ਦੇ ਹੱਥਾਂ 'ਚ ਦਾਨ ਛੋੜ ਦੇਵੇ ਜਾਂ ਉਸ ਦੇ ਹੱਥਾਂ 'ਚ ਆਪਣਾ ਪ੍ਰਾਣ ਤਿਆਗੇ, ਕਿਉਂਕਿ ਹਰ ਡਾਕਟਰ ਆਪਣੇ ਪੇਸ਼ੈਂਟ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਅਤੇ ਕਾਰਨ ਹੁੰਦਾ ਕਈ ਵਾਰ ਕਿ ਲੈਕ ਆਫ ਐਜੂਕੇਸ਼ਨ, ਨੌਲੇਜ ਨਹੀਂ ਹੁੰਦੀ ਪੇਸ਼ੈਂਟ ਨੂੰ ਜਾਂ ਉਹਦੇ ਗਾਰਡੀਅਨਸ ਨੂੰ। ਉਸ ਚੱਕਰ ਦੇ ਵਿੱਚ ਕੋਈ ਕੈਜੁਅਲਟੀ ਹੋ ਜਾਂਦੀ ਹੈ ਤਾਂ ਦੋਸ਼ ਡਾਕਟਰ 'ਤੇ ਛੱਡ ਦਿੱਤਾ ਜਾਂਦਾ। ਉਸ ਕੇਸ ਦੇ ਵਿੱਚ ਕੀ ਇਹ ਜ਼ਰੂਰੀ ਹੋਣਾ ਚਾਹੀਦਾ ਹਰ ਹੌਸਪੀਟਲ ਦੇ ਵਿੱਚ ਕਿ ਕੋਈ ਵੀ ਕੇਸ ਕ੍ਰਿਟੀਕਲ ਆਵੇ, ਉਹਦੀ ਫੈਮਲੀਜ਼ ਅਤੇ ਫਰੈਂਡ ਨੂੰ ਪਹਿਲਾਂ ਐਜੂਕੇਟ ਕੀਤਾ ਜਾਵੇ ਕਿ ਉਹਦੀ ਕੰਡੀਸ਼ਨ ਕੀ ਹੈ? ਬਿਲਕੁਲ ਜੀ, ਮੈਂ ਕਹਿੰਦਾ ਕਿ ਜਿਹੜੀ ਫੈਮਿਲੀ ਅਤੇ ਫਰੈਂਡਸ ਨੇ ਨਾ, ਉਹ ਤੁਹਾਡੀ ਟੀਮ ਦਾ ਇੱਕ ਹਿੱਸਾ ਨੇ। ਜਦੋਂ ਤੁਸੀਂ ਇੱਕ ICU ਵਿੱਚ ਕਿਸੇ ਪੇਸ਼ੈਂਟ ਦੀ ਕੇਅਰ ਕਰ ਰਹੇ ਹੋ ਅਤੇ ਉਹ ਫੈਮਿਲੀ ਅਤੇ ਫਰੈਂਡਸ ਜੇ ਘਰ ਬੈਠੇ ਖਪਦੇ ਰਹਿਣਗੇ, ਕਿ ਵਰੀ ਵਿੱਚ ਰਹਿਣਗੇ, ਅਤੇ ਤੁਸੀਂ ਉਹਨਾਂ ਨੂੰ ਕੇਅਰ ਦਾ ਹਿੱਸਾ ਬਣਾਓ। ਤੁਸੀਂ ਕਮਿਊਨੀਕੇਟ ਕਰੋ ਉਹਨਾਂ ਦੇ ਨਾਲ। ਤੁਸੀਂ ਭਾਵੇਂ ਇੱਕ ਡੈਜ਼ਿਗਨੇਟਿਡ ਬੰਦਾ ਰੱਖੋ ਜੋ ਉਹਨਾਂ ਨੂੰ ਅਪਡੇਟਸ ਦੇ ਰਿਹਾ ਕਿ ਅਜੇ ਹਾਲਤ ਇੱਦਾਂ ਦੀ ਹੈ, ਇਹ ਉਹਨਾਂ ਦਾ ਕੇਅਰ ਦਿੱਤਾ ਗਿਆ ਹੈ। ਜਦੋਂ ਤੁਸੀਂ ਕਮਿਊਨੀਕੇਸ਼ਨ ਓਪਨ ਰੱਖਦੇ ਹੋ ਨਾ, ਅੱਧੀਆਂ ਪ੍ਰੋਬਲਮਸ, ਅਜ਼ੰਪਸ਼ਨ ਜੋ ਅਸੀਂ ਅਜ਼ਿਊਮ ਕਰਦੇ ਹਾਂ ਕਿ ਆਹ ਗਲਤੀ ਹੋਈ ਹੋਊਗੀ, ਉਹ ਉੱਥੇ ਹੀ ਖ਼ਤਮ ਹੋ ਜਾਂਦੀਆਂ ਨੇ। ਸੋ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ। ਫੈਮਿਲੀ ਨੂੰ ਕੇਅਰ ਦਾ ਹਿੱਸਾ ਬਣਾਉਣਾ ਬਹੁਤ ਜ਼ਰੂਰੀ ਹੈ। ਇਹ ਬਹੁਤ ਜ਼ਰੂਰੀ ਹੈ। ਅਕਸਰ ਅਸੀਂ ਦੇਖਿਆ ਹੈ ਕਿ ICU ਦੇ ਵਿੱਚ ਪੇਸ਼ੈਂਟ ਹੁੰਦਾ, ਪਰ ਪੇਸ਼ੈਂਟ ਮਿਲਣ ਲਈ ਵੀ ਤਰਸਦਾ ਆਪਣੇ ਗਾਰਡੀਅਨਸ ਨੂੰ। ਤਾਂ ਜਿਹੜੇ ਉਹਦੇ ਗਾਰਡੀਅਨਸ ਦੇ ਕੁਲੀਗਸ ਫੈਮਿਲੀ ਹੁੰਦੀ ਹੈ, ਉਹ ਵੀ ਆਪਣੇ ਪੇਸ਼ੈਂਟ ਨੂੰ ਮਿਲਣ ਨੂੰ ਵੀ ਤਰਸਦੀ ਹੈ। ਵਿਚਕਾਰ ਜਾਂ ਲੋਡ ਆਫ ਵਰਕ ਕਹਿ ਦਈਏ ਜਾਂ ਨੰਬਰ ਆਫ ਡਾਕਟਰ ਦੀ ਕਮੀ ਕਹਿ ਦਈਏ ਕਿ ਪੇਸ਼ੈਂਟਸ ਦੇ ਨਾਲ ਜਾਂ ਉਹਦੇ ਫੈਮਲੀਜ਼ ਨਾਲ ਕਮਿਊਨੀਕੇਟ ਇਸ ਲੈਵਲ 'ਤੇ ਨਹੀਂ ਹੁੰਦਾ, ਜੋ ਕਿ ਇੱਕ ਤਰ੍ਹਾਂ ਦਾ ਫਰਸਟ੍ਰੇਸ਼ਨ ਵੀ ਆ ਜਾਂਦੀ ਹੈ ਫੈਮਲੀਜ਼ ਦੇ ਵਿੱਚ। ਸਾਡੇ ਜੀ ਡਾਕਟਰਸ ਬਹੁਤ ਸਟਰੈਸਡ ਨੇ। ਜਿੰਨਾ ਵਰਕਲੋਡ ਇੱਕ ਡਾਕਟਰ 'ਤੇ ਇੱਥੇ ਹੈ, ਉਹ 3 ਡਾਕਟਰ 'ਤੇ ਹੁੰਦਾ ਹੈ ਅਮਰੀਕਾ 'ਚ। ਸੋ ਇੱਕ ਡਾਕਟਰ ਕੋਲ ਐਡੇ ਪੇਸ਼ੈਂਟ ਸਾਹਮਣੇ ਐਂਡ ਫਿਰ ਕਮਿਊਨੀਕੇਟ ਕਰਨਾ, ਅਤੇ ਫਿਰ ਪੇਪਰ ਵਰਕ, ਫਾਈਲ ਵਰਕ ਕਰਨਾ, ਫਿਰ ਮੈਨੇਜ ਕਰਨਾ ਨਰਸਿਸ ਨੂੰ, ਸਟਾਫ ਨੂੰ, ਇਹ ਸਾਰਾ ਕੁਛ ਬੜੇ ਲੋਕ ਇਹਦੇ ਵਿੱਚ, ਜੇ ਤੁਸੀਂ ਕੋਈ ਚੀਜ਼ ਕੱਟਣੀ ਹੈ ਨਾ, ਉਹ ਕਮਿਊਨੀਕੇਸ਼ਨ ਨੂੰ ਕੱਟਦੇ।
कि ਉਹਦੇ ਲਈ ਮੇਰੇ ਕੋਲ ਟਾਈਮ ਨਹੀਂ ਹੈਗਾ। ਬਟ ਇਹਦੇ ਵਿੱਚ ਅਸੀਂ ਜਾਂ ਕੋਈ ਪ੍ਰੋਫੈਸ਼ਨਲਸ ਹਾਇਰ ਕਰੀਏ ਜਾਂ ਡਾਕਟਰਾਂ ਦੀ ਸਪੋਰਟ ਫਰੇਮਵਰਕ ਇੱਦਾਂ ਦਾ ਕਰੀਏ ਕਿ ਉਹ ਜਿਹੜੇ ਕੰਮ ਨੂੰ ਐਕਸਪਰਟ ਨੇ ਉਹ ਕਰਨ। ਕਮਿਊਨੀਕੇਸ਼ਨ ਦਾ ਕੰਮ ਭਾਵੇਂ ਕੋਈ ਜੂਨੀਅਰ ਡਾਕਟਰ ਜਾਂ ਕੋਈ ਨਰਸ ਕਮਿਊਨੀਕੇਟਰ ਕਰੇ, ਉਹਦੇ ਵਿੱਚ ਸਾਨੂੰ ਬੈਲੈਂਸ ਕਰਨਾ ਪਏਗਾ। ਜਾਂ ਕੰਸਲਟੈਂਸੀ ਲਈ ਇੱਕ ਵੱਖਰਾ ਪ੍ਰੋਫੈਸ਼ਨ ਹਾਇਰ ਕਰਨਾ ਚਾਹੀਦਾ ਜੋ ਕਿ ਐਜੂਕੇਟ ਕਰ ਸਕੇ। ਬਿਲਕੁਲ ਜੀ, ਇਹਦੇ ਬੜੇ ਸੋਲਿਊਸ਼ਨਸ ਹੋ ਸਕਦੇ ਨੇ। ਵਨ ਸੋਲਿਊਸ਼ਨ ਇਜ਼ ਕਿ ਇੱਕ ਪੇਸ਼ੈਂਟ ਰਿਲੇਸ਼ਨਸ ਟੀਮ ਹੁੰਦੀ ਹੈ ਜਿਹੜੀ ਅਮਰੀਕਾ ਵਿੱਚ ਹਮੇਸ਼ਾ ਹੁੰਦੀ, ਜਿਹੜੀ ਪੇਸ਼ੈਂਟਸ ਦੇ ਰਿਲੇਸ਼ਨਸ ਨੂੰ ਸਮਝਾਉਂਦੀ ਹੈ ਕਿ ਕੀ ਹੋ ਰਿਹਾ। ਉਹ ਸਾਡੇ ਇੱਥੇ ਅਜੇ ਨਵਾਂ ਕਨਸੈਪਟ ਹੈ, ਉਹਦੇ ਵਿੱਚ ਟ੍ਰੇਨਿੰਗ ਐਂਡ ਹਾਇਰਿੰਗ ਕਰਨੀ ਪਏਗੀ, ਬਟ ਇਹ ਸੋਲਿਊਸ਼ਨਸ ਡੈਫੀਨੇਟਲੀ ਆਉਣੇ ਚਾਹੀਦੇ ਨੇ। ਸੋਲਿਊਸ਼ਨ ਤਾਂ ਹੋਣਾ ਬਹੁਤ ਜ਼ਰੂਰੀ ਚਾਹੀਦਾ ਕਿਉਂਕਿ ਸੋਲਿਊਸ਼ਨ ਹੀ ਹਰ ਪ੍ਰੋਬਲਮ ਨੂੰ ਖਤਮ ਕਰਦਾ। ਦੂਸਰੀ ਗੱਲ ਕਰੀਏ ਆਪਾਂ, ਤੇ ਅੱਜ ਸਪੈਸ਼ਲ ਡਾਕਟਰ ਡੇਜ਼ 'ਤੇ ਤੁਸੀਂ ਕੀ ਅਨਾਊਂਸ ਕਰਨਾ ਚਾਹੁੰਦੇ ਹੋ ਹਸਪੀਟਲ ਵੱਲੋਂ? ਬਿਲਕੁਲ ਜੀ, ਮੈਂ ਤੇ ਡਾਕਟਰ ਸਾਹਿਬ ਜਦੋਂ ਦਾ ਇਹ ਹਸਪਤਾਲ ਖੁੱਲ੍ਹਿਆ ਹੈ ਉਦੋਂ ਦੀ ਹੀ ਦੇਖ ਰਹੇ ਹਾਂ ਲੇਟ ਡਾਕਟਰ ਗਿਆਨ ਬੋਪਰਾਏ ਦੀ ਜੋ ਮੈਂਟੈਲਿਟੀ ਸੀ, ਸਰਵਿਸ ਵਿਦ ਹਿਊਮਿਲਿਟੀ, ਉਸੇ ਚੀਜ਼ ਨੂੰ ਡਾਕਟਰਸ ਡੇ 'ਤੇ ਰੀਡੈਡੀਕੇਟ ਕਰਦਿਆਂ ਹੋਇਆਂ ਅਸੀਂ ਸਾਰੇ ਜੁਲਾਈ ਵਿੱਚ ਸਾਰੀ OPD ਇਸ ਹਸਪੀਟਲ ਵਿੱਚ ਫ੍ਰੀ ਹੋਏਗੀ ਸਾਰੇ ਪੇਸ਼ੈਂਟਸ ਦੀ, ਅਤੇ ਜਿਹੜੇ ਵੀ ਪੇਸ਼ੈਂਟ ਨੂੰ ਇਨਡੋਰ ਟਰੀਟਮੈਂਟ ਦੀ ਲੋੜ ਹੋਏਗੀ ਉਹਦਾ 50% ਆਫ ਹੋਏਗਾ, ਸਰਜਰੀ ਇੰਕਲੂਡਡ। ਸੋ ਇਸ ਚੀਜ਼ ਲਈ ਨਾਲ ਅਸੀਂ ਡਾਕਟਰਸ ਡੇ 'ਤੇ ਆਪਣੇ ਆਪ ਨੂੰ, ਇਸ ਹਸਪਤਾਲ ਨੂੰ, ਸਮਾਜ ਨੂੰ, ਪੇਸ਼ੈਂਟ ਨੂੰ ਰੀਡੈਡੀਕੇਟ ਕਰਨ ਲਈ ਚਾਹਵਾਨ ਸੀਗੇ, ਅਤੇ ਤਾਂ ਅਸੀਂ ਕਰ ਰਹੇ ਹਾਂ। 50% ਆਫ ਸਾਰੀ ਸਰਵਿਸਿਜ਼ ਦੇ ਵਿੱਚ, ਚਾਹੇ ਸਰਜਰੀ ਹੈ ਚਾਹੇ OPD ਹੈ, ਹਰ ਚੀਜ਼ ਦੇ। OPD ਟੋਟਲ ਫ੍ਰੀ, ਜੇ ਐਡਮਿਸ਼ਨ ਹੁੰਦੀ ਹੈ ਉਹਦੇ ਵਿੱਚ ਐਡਮਿਸ਼ਨ, ਸਰਜਰੀ 50% ਆਫ ਆਲ ਸਰਵਿਸਿਜ਼। 50% ਆਫ, ਇਹ ਬਹੁਤ ਵੱਡਾ ਉਪਰਾਲਾ ਜਿਸ ਤਰ੍ਹਾਂ ਕਿ ਡਾਕਟਰਸ ਦੇ ਰਹੇ ਕਿ OPD ਟੋਟਲੀ ਫ੍ਰੀ ਹੈ ਅਤੇ ਬਾਕੀ ਸਰਵਿਸ ਦੇ ਉੱਤੇ 50% ਆਫ। ਅਤੇ ਐਡਾ ਵੱਡਾ ਦਿਲ ਹਰ ਕਿਸੇ ਦਾ ਨਹੀਂ ਹੁੰਦਾ, ਕਿਸੇ ਦਾ ਹੈ। ਅਤੇ ਇਹ ਪੂਰਾ ਮਹੀਨਾ, 1-2 ਦਿਨ ਲਈ ਨਹੀਂ, ਇਹ ਡਾਕਟਰ ਡੇ ਤੋਂ ਅੱਜ ਤੋਂ ਸ਼ੁਰੂ 1 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਪੂਰਾ ਮਹੀਨਾ 31 ਦਿਨ ਇਹ ਸਰਵਿਸ ਫ੍ਰੀ ਦਿੱਤੀ ਜਾਏਗੀ। OPD ਦੀ ਸਰਵਿਸ ਫ੍ਰੀ, ਅਤੇ ਨਾਲ ਹੀ ਆਪਰੇਸ਼ਨ, ਸਰਜਰੀ ਜਾਂ ਹੋਰ ਕਿਸੇ ਹੋਰ ਮੈਡੀਕਲ ਸੁਵਿਧਾ ਦੇ ਲਈ 50% ਦੀ ਆਫ ਦਿੱਤੀ ਜਾਏਗੀ। ਅਤੇ ਬਹੁਤ ਵੱਡਾ ਉਪਰਾਲਾ ਹੈ। ਦੁੱਖ ਨਿਵਾਰਨ ਹਸਪੀਟਲ ਆਪਣੇ ਨਾਮ ਤੋਂ ਹੀ ਜਾਣਿਆ ਜਾਂਦਾ ਹੈ, ਦੁੱਖ ਨਿਵਾਰਨ ਨਾਮ ਤੋਂ ਹੀ ਦੁੱਖ ਨਿਵਾਰਨ ਹੈ। ਅਤੇ ਆਪਾਂ ਇਸ ਦੇ ਨਾਲ ਹੀ ਗੱਲ ਕਰਾਂਗੇ ਡਾਕਟਰ ਬੋਪਾ ਰਾਏ ਨਾਲ। ਬਣੇ ਰਹੋ ਲਾਈਵ ਭਾਰਤ ਦੇ ਨਾਲ। ਜਦੋਂ ਅੰਮ੍ਰਿਤਸਰ ਦੀ ਗੱਲ ਕਰੀਏ ਡਾਕਟਰਸ ਦੀ, ਅਤੇ ਡਾਕਟਰ ਬੋਪਾ ਰਾਏ ਦਾ ਨਾਮ ਨਾ ਆਵੇ, ਇਸ ਤਰ੍ਹਾਂ ਹੋ ਨਹੀਂ ਸਕਦਾ। ਅਤੇ ਡਾਕਟਰ ਬੋਪਾ ਰਾਏ ਜੋ ਕਿ ਮੈਡੀਕਲ ਪ੍ਰੋਫੈਸ਼ਨ, ਜਾਂ ਫਿਰ ਆਪਾਂ ਇਹਨਾਂ ਤੋਂ ਨਿਕਲੇ ਪੇਸ਼ੈਂਟਸ ਦੀ ਗੱਲ ਕਰੀਏ ਅਤੇ ਰੱਬ ਦਾ ਰੂਪ ਮੰਨਦੇ ਇਹਨਾਂ ਨੂੰ, ਅਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਭ ਤੋਂ ਪਹਿਲਾਂ ਡਾਕਟਰਸ ਡੇ ਦੇ ਉੱਤੇ ਤੁਸੀਂ ਜਿਹੜਾ 30 ਡੇਜ਼ ਦਾ ਫ੍ਰੀ ਮੈਡੀਕਲ ਕੈਂਪ ਜਿਹੜਾ ਅਨਾਊਂਸ ਕੀਤਾ, ਉਹ ਕਿਸ ਮੋਟਿਵ ਨਾਲ ਕੀਤਾ, ਬਲਕਿ ਕੀ ਤੁਹਾਨੂੰ ਕਿਸ ਤਰ੍ਹਾਂ ਆਈਡੀਆ ਆਇਆ ਇਸ ਚੀਜ਼ ਦਾ? ਇਹ ਹਸਪੀਟਲ ਜਦੋਂ ਤੋਂ ਸ਼ੁਰੂ ਹੋਇਆ, ਡਾਕਟਰ ਗਿਆਨ ਨੇ 96 ਤੋਂ ਸ਼ੁਰੂ ਕੀਤਾ ਸੀ, ਉਦੋਂ ਤੋਂ ਹੀ ਚੈਰੀਟੇਬਲ ਨੇਚਰ ਇਹਦੀ ਰਹੀ ਹੈ। ਅੱਜ ਤੱਕ ਕਿਸੇ ਕੰਟਰੋਵਰਸੀ 'ਚ ਕਿਸੇ ਕੋਈ ਇਸ ਤਰ੍ਹਾਂ ਡੈਥ ਹੋਣੀ ਇਲੀਗਲੀ ਜਾਂ ਸਸਪੀਸ਼ੀਅਸ ਸਰਕਮਸਟੈਂਸ, ਨੈਵਰ, ਇਟ ਹੈਜ਼ ਨੈਵਰ ਹੈਪਨ। ਸੋ ਹਸਪੀਟਲ ਬੜਾ ਸੋਹਣਾ ਚੱਲਦਾ ਰਿਹਾ, ਬੜੀ ਸੇਵਾ ਕੀਤੀ ਆ। ਹੁਣ ਅਸੀਂ ਇਹਨੂੰ ਰੀਡੈਡੀਕੇਟ ਕਰ ਰਹੇ ਹਾਂ, ਅਤੇ ਅੱਜ ਤੋਂ ਅਸੀਂ ਸਾਰੇ ਮਹੀਨਾ ਟੋਟਲ ਫ੍ਰੀ ਦੇਖਣਾ, ਆਰਥੋ ਕੇਸਿਸ, ਨਿਊਰੋ ਸਰਜਰੀ ਕੇਸਿਸ ਐਂਡ ਮੈਡੀਕਲ ਕੇਸਿਸ। ਜਿਹੜੀ ਐਡਮਿਸ਼ਨ ਹੈ ਉਹਦਾ 50% ਆਫ ਹੈ। 50% ਆਫ ਕਰਨਾ ਬੜੀ ਲੋਕਾਂ ਨੂੰ ਰਾਹਤ ਹੁੰਦੀ ਹੈ। ਜਿਹੜੇ ਰੂਰਲ ਏਰੀਏ ਦੇ ਜਾਂ ਜਿਹੜੇ ਅਫੋਰਡ ਨਹੀਂ ਕਰਦੇ, ਉਹਨਾਂ ਲੋਕਾਂ ਲਈ ਵੈਸੇ ਵੀ ਅਸੀਂ ਬੜਾ ਸਬਸਿਡਾਈਜ਼ ਕਰ ਦਿੰਦੇ ਹਾਂ, ਬੜਾ ਫ੍ਰੀ ਕਰ ਦਿੰਦੇ ਹਾਂ। ਉਹ ਹਮੇਸ਼ਾ, ਉਹ ਸਾਡੀ ਕੌਨਸਟੈਂਟ ਪੋਲਿਸੀ ਹੈ। ਪਰ ਹੁਣ ਅਸੀਂ ਇੱਕ ਸਪੈਸ਼ਲ ਇਹ ਡਰਾਈਵ ਹੈ ਵੀ ਟੋਟਲ ਫ੍ਰੀ ਕਰ ਦਿਓ। ਟੋਟਲ ਫ੍ਰੀ ਤੁਸੀਂ ਡਰਾਈਵ ਚਲਾਈ, ਬਹੁਤ ਹੀ ਵਧੀਆ ਮੁਹਿੰਮ ਤੁਹਾਡੀ ਚੱਲੀ ਹੈ। ਦੂਸਰਾ, ਜਿਸ ਤਰ੍ਹਾਂ ਕਿ ਤੁਸੀਂ ਆਪਣੇ ਹਸਪੀਟਲ ਦੀ ਰਨਿੰਗ ਕੋਸਟ ਵੀ ਕਰ ਰਹੇ ਹੋ, ਆਲਰੇਡੀ ਤੁਹਾਡੇ ਰੀਜ਼ਨੇਬਲ ਪ੍ਰਾਈਸਿਸ ਹੈਗੇ ਆ, ਬਾਕੀ ਕੰਪੀਟੀਟਰ ਦੇ ਦੇਖੀਏ ਰੀਜ਼ਨੇਬਲ ਪ੍ਰਾਈਸਿਸ ਹੈਗੇ, ਤਾਂ ਉਸ ਦੇ ਨਾਲ ਤੁਸੀਂ ਆਪਣਾ ਹਸਪੀਟਲ ਦਾ ਖਰਚਾ ਵੀ ਮੇਨਟੇਨ ਕਰ ਰਹੇ ਹੋ। ਪਰ ਕੁਛ ਮੈਂ ਗੱਲ ਕਰਾਂਗਾ, ਕੁਛ ਇਸ ਤਰ੍ਹਾਂ ਦੇ ਵੀ ਹੈਗੇ ਜੋ ਚਾਰਜਸ ਵਧਾਈ ਜਾਂਦੇ, ਉਹਨਾਂ ਦਾ ਡੇ ਬਾਏ ਡੇ ਵੱਧਦਾ ਜਾਂਦਾ, ਕਿ ਉਹ ਇੱਕ ਇਸ ਪ੍ਰੋਫੈਸ਼ਨ ਨੂੰ ਬਦਨਾਮ ਨਹੀਂ ਕਰ ਰਹੇ? ਹਾਂਜੀ, ਜਿਹੜੇ ਓਵਰਚਾਰਜ ਕਰਦੇ ਨੇ ਜਾਂ ਅਨਐਥੀਕਲ ਪ੍ਰੈਕਟਿਸ ਕਰਦੇ ਨੇ, ਡੈਫੀਨੇਟਲੀ ਪ੍ਰੋਫੈਸ਼ਨ ਡਿਫੇਮ ਹੁੰਦਾ ਹੈ। ਪਰ ਉਹ ਕੁਛ ਲੋਕ ਨੇ, ਮੈਜੋਰਿਟੀ ਆਫ ਦੀ ਡਾਕਟਰਸ ਹੈਵ ਗੁੱਡ ਇੰਟੈਂਸ਼ਨਸ ਐਂਡ ਦੇ ਵਾਂਟ ਟੂ ਸਰਵ। ਕੁਛ ਲੋਕ ਹੀ ਪੂਰੇ ਇੱਕ ਡਾਕਟਰਸ ਨੂੰ ਬਦਨਾਮ ਕਰਦੇ ਵੀ, ਕੁਛ ਲੋਕ ਹੀ ਹੈ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ, ਪੂਰੇ ਡਾਕਟਰਸ ਨੂੰ ਬਦਨਾਮ ਕਰਦੇ ਨੇ। ਹਾਂ, ਉਹ ਸਾਰੇ ਆਈਡੈਂਟੀਫਾਈ ਹੋ ਜਾਂਦੇ ਨੇ, ਪਬਲਿਕ ਨੂੰ ਵੀ ਪਤਾ ਹੁੰਦਾ ਹੈ। ਦੈਨ ਗਵਰਨਮੈਂਟ ਆਲਸੋ ਕਮਸ ਇਨ ਟੂ ਐਕਸ਼ਨ। ਉਹ ਚੀਜ਼ਾਂ ਅਸੀਂ ਤਾਂ ਡਿਸਕਰੇਜ ਕਰਦੇ ਹਾਂ ਵੀ ਐਥੀਕਲ ਪ੍ਰੈਕਟਿਸ ਕਰੋ, ਓਵਰਚਾਰਜ ਕਰਨ ਦਾ ਕੋਈ ਫਾਇਦਾ ਨਹੀਂ। ਪੈਸਾ ਕਿਹੜਾ ਕਿਸੇ ਨੇ ਨਾਲ ਲੈ ਜਾਣਾ, ਉਹ ਕਨਸੈਪਟ ਗਲਤ ਹੈ। ਜਿਹੜਾ ਬਿਜ਼ਨਸਮੈਨ ਦਾ ਹੁੰਦਾ ਨਾ, ਅੰਬਾਨੀ ਅੰਦਾਨੀਆਂ ਵਾਲਾ, ਉਸ ਦੀ ਫੀਲਿੰਗ ਹੋਣੀ ਨਹੀਂ ਚਾਹੀਦੀ, ਕਿਉਂਕਿ ਦਿਸ ਇਜ਼ ਏ ਪ੍ਰੋਫੈਸ਼ਨ ਟੂ ਸਰਵ, ਨਾਟ ਟੂ ਅਰਨ।
ਜਦੋਂ ਡਾਕਟਰਸ ਦੇ ਪ੍ਰੋਫੈਸ਼ਨ ਦੇ ਵਿੱਚ ਬਿਜ਼ਨਸ ਆ ਜਾਂਦਾ ਨਾ ਤਾਂ ਉਦੋਂ ਡਾਕਟਰ ਦਾ ਪ੍ਰੋਫੈਸ਼ਨ ਵੀ ਚੇਂਜ ਹੋ ਜਾਂਦਾ ਹੈ। ਹਾਂਜੀ, ਇਹ ਹੈ। ਕਈ ਲੋਕ ਥੋੜ੍ਹੇ ਜਿਹੇ ਦੇ ਆਰ ਔਨ ਏ ਰੋਂਗ ਪਾਥ ਐਂਡ ਵਿਸ਼ ਸਰਕਲ ਬਣਦਾ ਹੈ। ਸੋ ਅਸੀਂ ਵੀ ਜਦੋਂ ਕਿਤੇ ਡਾਕਟਰਸ ਦੀ ਵੀ ਗੈਦਰਿੰਗ ਹੋਵੇ ਉੱਥੇ ਵੀ ਇਹੀ ਕੋਸ਼ਿਸ਼ ਕਰੀ ਦੀ ਇੰਟਰੈਕਸ਼ਨ 'ਚ ਕਿ ਵੀ ਠੀਕ ਹੈ, ਇਟ ਸ਼ੁੱਡ ਬੀ ਵੈਰੀ ਰੀਜ਼ਨੇਬਲ, ਇਟ ਸ਼ੁੱਡ ਬੀ ਅਫੋਰਡੇਬਲ। ਜਿਹੜਾ ਵੈਲ ਆਫ ਹੈ ਉਹ ਭਾਵੇਂ VIP ਰੂਮ ਲਵੇ, ਉਹ ਠੀਕ ਹੈ, ਕੈਨ ਅਫੋਰਡ, ਪਰ ਜਨਰਲ ਪਬਲਿਕ ਜਿਹੜੀ ਆ ਉਹਦੇ ਲਈ ਵੀ ਮਸਟ ਕੈਟਰ ਕਿਉਂਕਿ ਇੰਨੀ ਪਾਪੂਲੇਸ਼ਨ ਅਤੇ ਇੰਨੀਆਂ ਬਿਮਾਰੀਆਂ ਅਤੇ ਇੰਨੀ ਲੋਕਾਂ ਦੀ ਹੈਲਥ ਕੰਡੀਸ਼ਨ ਮਾੜੀ ਆ। ਗੌਰਮੈਂਟ ਦੇ ਵੱਸ ਦੀ ਗੱਲ ਨਹੀਂ ਹੈ ਟੂ ਕੋਪ ਅਪ। ਇਹ ਪ੍ਰਾਈਵੇਟ ਹੌਸਪੀਟਲਸ ਹੀ ਉਹਨੂੰ ਕੈਟਰ ਕਰਨ ਅਤੇ ਤਾਂ ਹੀ ਪਬਲਿਕ ਦਾ ਫਾਇਦਾ। ਦੂਸਰਾ ਗੱਲ ਕਰੀਏ ਤਾਂ ਤੁਹਾਡੇ ਟੈਸਟੀਮੋਨੀਅਲ ਵੀ ਬੜੇ ਅੱਛੇ ਹੈਗੇ ਆ। ਕੁਝ ਪੇਸ਼ੈਂਟਸ ਤੁਹਾਡੇ ਕੋਲ ਜਿਹੜੇ ਨਿਕਲ ਕੇ ਗਏ ਆ, ਉਹ ਜਿਸ ਤਰ੍ਹਾਂ ਕਿ ਸਾਨੂੰ ਪਤਾ ਲੱਗਾ ਤੁਸੀਂ ਉਹਨਾਂ ਕੋਲ ਲੋਸਟ ਲੀਡਿੰਗ ਸਟ੍ਰੈਟਜੀ ਨਾਲ ਵੀ ਕੰਮ ਕੀਤਾ ਉਹਨਾਂ ਦੇ ਉੱਤੇ। ਅਤੇ ਜੇ ਲੋਸਟ ਲੀਡਿੰਗ ਸਟ੍ਰੈਟਜੀ ਨਾਲ ਕੰਮ ਕਰੋਗੇ ਤਾਂ ਕੀ ਇਹ ਤੁਹਾਡੇ ਹੌਸਪੀਟਲ ਲਈ ਇਫੈਕਟ ਨਹੀਂ ਕਰੇਗਾ ਕਿਤੇ ਨਾ ਕਿਤੇ? ਇਹ ਸੋਚਣ ਦੀ ਗੱਲ ਹੈ, ਕੋਈ ਫਰਕ ਨਹੀਂ ਪੈਂਦਾ। ਜਿਹੜਾ ਨਹੀਂ ਪੇ ਕਰ ਸਕਦਾ ਉਹਨੂੰ ਇਨਸਿਸਟ ਕਰਨਾ ਜਾਂ ਉਹਨੂੰ ਇਸ ਗੱਲ 'ਤੇ ਜ਼ਿੱਦ ਕਰਨਾ ਕਿ ਤੂੰ ਪੇ ਕਰੇਂਗਾ ਤਾਂ ਹੀ ਹੋਏਗਾ। ਸਾਡੇ ਤਾਂ ਇੱਕ ਵਾਰੀ ਅੰਦਰ ਵੜ ਜੇ ਅਸੀਂ ਤਾਂ ਉਹਨੂੰ ਠੀਕ ਕਰਕੇ ਭੇਜਣਾ, ਉਹਦਾ ਫੁੱਲ ਟਰੀਟਮੈਂਟ ਕਰਨਾ ਹੀ ਕਰਨਾ, ਉਹ ਪੇ ਕਰ ਸਕੇ ਨਾ ਕਰ ਸਕੇ। ਜਿਸ ਤਰ੍ਹਾਂ ਕਿ ਤੁਸੀਂ ਨਾਮ ਰੱਖਿਆ ਦੁੱਖ ਨਿਵਾਰਨ ਹੌਸਪੀਟਲ, ਇਹ ਕੀ ਸੋਚ ਕੇ ਨਾਮ ਰੱਖਿਆ ਦੁੱਖ ਨਿਵਾਰਨ? ਇਹ ਜੀ ਇਟ ਵਾਜ਼ ਜਸਟ ਏ ਚਾਂਸ ਕਿ ਇਹ ਨਾਂ ਸਾਨੂੰ ਸੁਝਿਆ ਅਤੇ ਇਹ ਅਸੀਂ ਰੱਖ ਦਿੱਤਾ, ਕਿਉਂਕਿ ਹਸਪਤਾਲ ਦਾ ਤਾਂ ਕੰਮ ਇਹੀ ਆ, ਦੁੱਖ ਨੂੰ ਹੀ ਨਿਵਾਰਨਾ ਹੁੰਦਾ। ਤੁਸੀਂ ਉਸ ਨਾਂ ਦੇ ਨਾਲ ਹੀ ਚੱਲ ਰਹੇ ਹੋ। ਜਿਸ ਤਰ੍ਹਾਂ ਕਿ ਸਾਨੂੰ ਟੈਸਟੀਮੋਨੀਅਲ ਮਿਲ ਰਹੇ ਆ ਕਿ ਜਿਹੜਾ ਇੱਕ ਵਾਰੀ ਆ ਜਾਂਦਾ ਉਹ ਆਪਣਾ ਦੁੱਖ ਨਿਵਾਰ ਕੇ ਹੀ ਇੱਥੋਂ ਨਿਕਲਦਾ। ਯੈਸ, ਵੀ ਆਰ ਡੈਫੀਨਿਟਲੀ ਟਰਾਈਂਗ ਆਵਰ ਬੈਸਟ ਟੂ ਕਮ ਅਪ ਟੂ ਦੀ ਐਕਸਪੈਕਟੇਸ਼ਨਸ ਆਫ ਪੀਪਲ ਐਂਡ ਵੀ ਡੂ ਆਵਰ ਬੈਸਟ। ਅਤੇ ਹੁਣ ਹੋਰ ਕੋਈ ਫੈਸਿਲਿਟੀਆਂ ਹੋਰ ਨਵੀਆਂ ਐਡ ਕੀਤੀਆਂ ਹੌਸਪੀਟਲ ਦੇ ਵਿੱਚ, ਜਾਂ ਪਹਿਲਾਂ ਜਿਸ ਤਰ੍ਹਾਂ ਔਰਥੋ ਲੈ ਕੇ ਬਹੁਤ ਜ਼ਿਆਦਾ ਮਸ਼ਹੂਰ ਹੈ ਡਾਕਟਰ ਆਪਣਾ ਹੌਸਪੀਟਲ, ਨਵੀਂ ਫੈਸਿਲਿਟੀਜ਼ ਕੀ ਐਡ ਕੀਤੀਆਂ? ਹੁਣ ਅਸੀਂ ਮਲਟੀ ਸਪੈਸ਼ਲਟੀ, ਸੁਪਰ ਸਪੈਸ਼ਲਟੀ, ਨਿਊਰੋ ਸਰਜਰੀ, ਨਿਊਰੋਲੋਜੀ, ਪੀਡੀਆਟ੍ਰਿਕ, ਸਾਰਾ ਗਾਇਨੀ, ਸਾਰੇ ਡਿਪਾਰਟਮੈਂਟਸ ਹੈਗੇ ਨੇ। ਵੀ ਹੈਵ ਅਪਗ੍ਰੇਡਡ ਇਟ ਟੂ ਏ ਬਿਗ ਲੈਵਲ ਐਂਡ ਹਰ ਕਿਸਮ ਦਾ ਪੇਸ਼ੈਂਟ ਇੱਥੇ ਅਟੈਂਡ ਹੋਏਗਾ ਐਂਡ 24 ਆਵਰ ਐਮਰਜੈਂਸੀ, ਸਾਰਾ ਕੁਛ। ਬਲੱਡ ਬੈਂਕ ਵੀ ਹੈ, ਸਾਰਾ ਕੁਛ ਹੈਗਾ। ਮਲਟੀ ਸਪੈਸ਼ਲਿਟੀ ਸਰਵਿਸ ਦੇ ਨਾਲ 24 ਆਵਰਸ ਅਵੇਲੇਬਲ ਆਪਣਾ ਹੌਸਪੀਟਲ ਇਸ ਵਿੱਚ। ਯੈਸ। ਅਤੇ ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਡਾਕਟਰ ਦਾ ਪ੍ਰੋਫਿਟ ਲੀਡਿੰਗ ਨਹੀਂ ਹੋਣਾ ਚਾਹੀਦਾ, ਇਹ ਇੱਕ ਬੈਲੈਂਸ ਹੋਣਾ ਚਾਹੀਦਾ, ਅਤੇ ਇਹ ਬਹੁਤ ਜ਼ਰੂਰੀ ਹੈ। ਡਾਕਟਰਸ ਦਾ ਪ੍ਰੋਫੈਸ਼ਨ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ ਅਤੇ ਡਾਕਟਰ ਨੂੰ ਜਿਹੜਾ ਰੱਬ ਦਾ ਦਰਜਾ ਦਿੱਤਾ ਗਿਆ ਉਹ ਰੱਬ ਦਾ ਦਰਜਾ ਬਰਕਰਾਰ ਰਹੇ। ਅਤੇ ਡਾਕਟਰ ਡੇ 'ਤੇ ਇਹ ਖਾਸ ਸਟੋਰੀ ਸੀ ਜੋ ਕਿ ਲਾਈਵ ਭਾਰਤ ਨੇ ਤੁਹਾਨੂੰ ਦਿਖਾਈ, ਖਾਸ ਦੁੱਖ ਨਿਵਾਰਨ ਹੌਸਪੀਟਲ 'ਤੇ, ਜਿਨ੍ਹਾਂ ਦਾ ਟੈਸਟੀਮੋਨੀਅਲ ਵੀ ਕਾਫੀ ਅੱਛਾ ਹੈ ਅਤੇ ਕਈ ਲੋਕ ਇਹਨਾਂ ਦੀ ਪ੍ਰੇਜ਼ ਕਰ ਚੁੱਕੇ ਹਨ, ਚਾਹੇ ਉਹ ਮੀਡੀਆ ਨੂੰ ਹੈ, ਚਾਹੇ ਜਨਰਲ ਪਬਲਿਕ ਨੂੰ ਲੈ ਕੇ, ਅਤੇ ਇਹਨਾਂ ਦੀ ਤਾਰੀਫ ਅਕਸਰ ਹੀ ਸੁਣੀ ਹੋਈ ਹੈ। ਅਤੇ ਲਾਈਵ ਭਾਰਤ ਲੈਂਦਾ ਵਿਦਾ ਇਸ ਤਰ੍ਹਾਂ ਦੀ ਸਟੋਰੀ ਨਾਲ ਫਿਰ ਦੁਬਾਰਾ ਰੂਬਰੂ ਹੋਣਗੇ। ਬਨੇ ਰਹੋ ਲਾਈਵ ਭਾਰਤ ਦੇ ਨਾਲ। ਕੈਮਰਾਮੈਨ ਸੁਖਿੰਦਰ ਕੋਹਲੀ ਦੇ ਨਾਲ ਕੈਲਾਸ਼ ਪ੍ਰਜਾਪਤੀ ਰਿਪੋਰਟ।